Hello students, today we are discussing our next chapter, that is Jamaican Fragment, which is written by A.L. Hendricks. Let's begin. The author had to walk a half mile from his home to the tramcar lines in the morning and from lines to his home in the evening. ਕਹਿੰਦੇ ਜਿਹੜਾ ਆਥਰ ਹੈ ਉਹਨੂੰ ਆਪਣੇ ਘਰ ਤੋਂ ਆਪਣੀ ਜਿਹੜੀ ਜੌਬ ਹੈ ਉੱਥੇ ਲਈ ਰੋਜ਼ ਸਵੇਰੇ ਹਾਫ ਮਾਈਲ ਮਤਲਬ ਅੱਧਾ ਕਿਲੋਮੀਟਰ ਤੁਰ ਕੇ ਜਾਣਾ ਪੈਂਦਾ ਸੀਗਾ ਤੇ ਸ਼ਾਮ ਨੂੰ ਵਾਪਸ ਆਉਂਦੇ ਹੋਏ ਵੀ ਅੱਧਾ ਕਿਲੋਮੀਟਰ ਤੁਰਨਾ ਪੈਂਦਾ ਸੀ. One morning he saw two little boys playing in the garden of a modest cottage. ਕਹਿੰਦੇ ਇੱਕ ਦਿਨ ਉਹ ਦੇਖਦਾ ਹੈ ਵੀ ਦੋ ਬੱਚੇ ਇੱਕ ਗੇਮ ਖੇਲ ਰਹੇ ਨੇ ਗਾਰਡਨ ਦੇ ਵਿੱਚ. One was 4 years old and the other 5. ਜਿਹੜਾ ਇੱਕ ਬੱਚਾ ਸੀ ਉਹ 4 ਸਾਲ ਦਾ ਸੀ ਤੇ ਦੂਜਾ ਬੱਚਾ ਸੀ ਉਹ 5 ਸਾਲ ਦਾ ਸੀ. The bigger of the two was strong and dark with coarse hair and coal black eyes. ਕਹਿੰਦੇ ਜਿਹੜਾ ਵੱਡਾ ਸੀ ਉਹ ਸਟਰੋਂਗ ਵੀ ਸੀਗਾ ਤੇ ਡਾਰਕ ਮੀਨਸ ਮਤਲਬ ਉਹਦਾ ਰੰਗ ਸੀ ਜਿਹੜਾ ਉਹ ਬਲੈਕ ਸੀਗਾ ਤੇ ਉਹਦੇ ਜਿਹੜੇ ਹੇਅਰਸ ਸੀ ਉਹ ਕੀ ਸੀ ਕੋਰਸ ਸੀ. ਕੋਰਸ ਮੀਨਸ ਹੁੰਦਾ ਮੋਟੇ ਸੀ ਤੇ ਉਹਦੇ ਜਿਹੜੇ ਅੱਖਾਂ ਸੀ ਉਹ ਕੋਲ ਬਲੈਕ ਕਲਰ ਦੀਆਂ ਸੀ ਮੀਨਸ ਪੂਰੀਆਂ ਬਲੈਕ ਸੀ. ਹੀ ਵਾਜ਼ ਡੈਫੀਨੇਟਲੀ ਅ ਜਮੈਕਨ. ਕਹਿੰਦੇ ਉਹ ਪੱਕਾ ਇੱਕ ਜਮੈਕਨ ਸੀ. ਦ ਸਮੋਲਰ ਆਲਸੋ ਸਟਡੀ ਬਟ ਹੀ ਵਾਜ਼ ਵਾਈਟ ਵਿਦ ਹੈਜ਼ਲ ਆਈਜ਼ ਐਂਡ ਲਾਈਟ ਬਰਾਊਨ ਹੇਅਰ. ਪਰ ਕਹਿੰਦੇ ਜਿਹੜਾ ਛੋਟਾ ਸੀਗਾ ਉਹ ਕੀ ਸੀਗਾ ਉਹਦੀਆਂ ਜਿਹੜੀਆਂ ਅੱਖਾਂ ਸੀਗੀਆਂ ਉਹਦੀਆਂ ਜਿਹੜੀਆਂ ਅੱਖਾਂ ਸੀ ਉਹ ਹੈਜ਼ਲ ਸੀ ਤੇ ਉਹ ਕੀ ਸੀਗਾ ਪਰ ਕਲਰ ਦੇ ਵਿੱਚ ਵਾਈਟ ਸੀ. ਮੀਨਸ ਇੱਕ ਲੜਕਾ ਬਹੁਤ ਮਤਲਬ ਕਾਲੇ ਰੰਗ ਦਾ ਸੀ ਤੇ ਇੱਕ ਗੋਰੇ ਰੰਗ ਦਾ ਸੀ ਤੇ ਇਹਦੇ ਜਿਹੜੇ ਹੇਅਰ ਸੀ ਉਹ ਕਿਹੜੇ ਕਲਰ ਦੇ ਸੀ ਲਾਈਟ ਬਰਾਊਨ ਕਲਰ ਦੇ ਸੀ. ਬੋਥ ਵਰ ਵੀਅਰਿੰਗ ਬਲੂ ਸ਼ਰਟਸ ਐਂਡ ਖਾਕੀ ਪੈਂਟਸ. ਕਹਿੰਦੇ ਦੋਨਾਂ ਨੇ ਬਲੂ ਕਲਰ ਦੀਆਂ ਸ਼ਰਟਸ ਪਾਈਆਂ ਹੋਈਆਂ ਸੀ ਤੇ ਖਾਕੀ ਕਲਰ ਦੀਆਂ ਪੈਂਟਸ ਪਾਈਆਂ ਹੋਈਆਂ ਸੀ. ਦੇ ਵਰ ਬੇਅਰ ਫੁੱਟਡ. ਦੇ ਕੰਟੀਨਿਊਡ ਪਲੇਇੰਗ ਵਿਦਾਊਟ ਨੋਟਿਸਿੰਗ ਦਾ ਆਥਰਸ ਪ੍ਰੈਜ਼ੈਂਸ. ਕਹਿੰਦੇ ਕੰਟੀਨਿਊ ਖੇਲ ਰਹੇ ਸੀ ਉਹਨਾਂ ਨੇ ਆਥਰ ਦੀ ਪ੍ਰੈਜ਼ੈਂਸ ਵੀ ਨੋਟਿਸ ਨਹੀਂ ਕੀਤੀ. ਦ ਲਿਟਲ ਵਾਈਟ ਬॉय ਵਾਕਡ ਅਪ ਐਂਡ ਡਾਊਨ ਲਾਈਕ ਅ ਡਿਟੈਕਟਰ ਐਂਡ ordered the brown boy to pick up the stick, jump into the flowers and get him some water. ਕਹਿੰਦੇ ਜਿਹੜਾ ਲਿਟਲ ਵਾਈਟ ਬॉय ਸੀਗਾ ਉਹ ਕੀ ਸੀਗਾ ਮਤਲਬ ਉੱਪਰ ਸੀ ਤੇ ਉਹਨੇ ਆਪਣੇ ਜਿਹੜਾ ਨੀਚੇ ਉਹਦੇ ਮਤਲਬ ਉਹ ਸੀਗਾ ਡਿਟੈਕਟਰ ਦੀ ਤਰ੍ਹਾਂ ਉਹਨੂੰ ਆਰਡਰ ਦਿੱਤੇ ਬਰਾਊਨ ਬॉय ਨੂੰ ਤੇ ਕਿਹਾ ਵੀ ਤੂੰ ਪਾਣੀ ਜਿਹੜੇ ਫਲਾਵਰਸ ਨੇ ਉੱਥੇ ਜਾ ਤੇ ਉਹਨਾਂ ਨੂੰ ਪਾਣੀ ਦੇ. ਦ ਡਾਰਕ ਬॉय obeyed implicitly ran inside while the white boy sit down on the lawn. ਕਹਿੰਦੇ ਜਿਹੜਾ ਡਾਰਕ ਬॉय ਸੀਗਾ ਉਹਨੇ ਉਹਦੀ ਉਹਦੇ ਜਿਹੜੇ ਆਰਡਰਸ ਸੀ ਉਹਨਾਂ ਨੂੰ ਫੋਲੋ ਕੀਤਾ ਤੇ ਭੱਜ ਕੇ ਉਹ ਉੱਥੇ ਗਿਆ ਫਲਾਵਰਸ ਦੇ ਵਿੱਚ ਜਦ ਕਿ ਜਿਹੜਾ ਵਾਈਟ ਬॉय ਸੀਗਾ ਉੱਥੇ ਲੌਨ ਦੇ ਵਿੱਚ ਆਰਾਮ ਨਾਲ ਬੈਠਾ ਸੀਗਾ. The author was astonished to see a little white boy imposing his will on a little black boy and the latter submitting. ਕਹਿੰਦੇ ਜਿਹੜਾ ਆਥਰ ਸੀਗਾ ਉਹ ਇਹ ਚੀਜ਼ ਨੂੰ ਦੇਖ ਕੇ ਬੜਾ ਹੈਰਾਨ ਸੀਗਾ ਵੀ ਕਿੱਦਾਂ ਇੱਕ ਛੋਟਾ ਜਿਹਾ ਵਾਈਟ ਬॉय ਲਿਟਲ ਬਲੈਕ ਬॉय ਤੇ ਕਿਵੇਂ ਆਰਡਰ ਥੋਪ ਰਿਹਾ. As he went down the road he kept thinking if the little dark boy was the servant's son and therefore he had to obey. ਜਦੋਂ ਰੋਡ 'ਤੇ ਉੱਥੇ ਜਾ ਰਿਹਾ ਹੁੰਦਾ ਉੱਥੋਂ ਦੀ ਚਲਾ ਜਾਂਦਾ ਤੇ ਜਦੋਂ ਜਾ ਰਿਹਾ ਹੁੰਦਾ ਤਾਂ ਉਹ ਸੋਚਦਾ ਵੀ ਹੋ ਸਕਦਾ ਜਿਹੜਾ ਡਾਰਕ ਬॉय ਹੈ ਕਾਲੇ ਰੰਗ ਦਾ ਮੁੰਡਾ ਉਹ ਉਹਦਾ ਸਰਵੈਂਟ ਦਾ ਮੁੰਡਾ ਹੋਊਗਾ ਇਸ ਕਰਕੇ ਉਹਦੇ ਜਿਹੜੇ ਆਰਡਰਸ ਆ ਉਹ ਫੋਲੋ ਕਰ ਰਿਹਾ. ਬਟ ਦੈਟ ਕੁਡ ਨਾਟ ਬੀ ਦ ਰੀਜ਼ਨ ਫॉर ਦੇ ਵਰ ਡਰੈਸਡ ਅਲਾਈਕ ਐਂਡ ਆਫ ਇਕੁਅਲ ਕਲਾਸ. ਕਹਿੰਦੇ ਪਰ ਉਹਨੇ ਫਿਰ ਸੋਚਿਆ ਵੀ ਇਹ ਰੀਜ਼ਨ ਨਹੀਂ ਹੋ ਸਕਦਾ ਕਿਉਂਕਿ ਉਹ ਦੋਨੇ ਬੱਚਿਆਂ ਨੇ ਸੇਮ ਕਲਰ ਦੇ ਸੇਮ ਕੁਆਲਿਟੀ ਦੇ ਕੱਪੜੇ ਪਾਏ ਹੋਏ ਸੀ. ਜੇ ਉਹ ਮਾਲਿਕ ਤੇ ਸਰਵੈਂਟ ਦੇ ਹੁੰਦੇ ਤਾਂ ਉਹਨਾਂ ਦੇ ਕੱਪੜੇ ਉਹ ਬੱਚੇ ਦੀ ਕੁਆਲਿਟੀ ਜਿਹੜੇ ਕੱਪੜਿਆਂ ਦੀ ਕੁਆਲਿਟੀ ਸੀ ਉਹ ਸੇਮ ਨਹੀਂ ਹੋਣੀ ਸੀਗੀ. ਦੇ ਵਰ ਪਲੇਮੇਟਸ. ਤਾਂ ਉਹਨੇ ਸੋਚਿਆ ਵੀ ਇਹ ਪਲੇਮੇਟਸ ਹੋ ਸਕਦੇ ਨੇ. ਦ ਡਾਰਕ ਬॉय ਮਾਈਟ ਬੀ ਅ ਨੇਬਰਸ ਚਾਈਲਡ. ਵੀ ਜਿਹੜਾ ਡਾਰਕ ਬॉय ਆ ਉਹ ਹੋ ਸਕਦਾ ਇਹਨਾਂ ਦੇ ਗੁਆਂਢੀਆਂ ਦਾ ਬੱਚਾ ਹੋਵੇ. ਬਟ ਵਾਈ he should obey the white boy so faithfully was the question that puzzled him most. ਕਹਿੰਦੇ ਪਰ ਉਹਨੂੰ ਇਹ ਕੁਐਸਚਨ ਬਹੁਤ ਪਜ਼ਲ ਕਰ ਰਿਹਾ ਸੀ ਕਨਫਿਊਜ਼ ਕਰ ਰਿਹਾ ਸੀ ਕਿ ਜਿਹੜਾ ਬਲੈਕ ਬॉय ਆ ਉਹ ਉਸ ਬੱਚੇ ਦੀ ਵਾਈਟ ਬॉय ਦੀ
ਸਾਰੀਆਂ ਗੱਲਾਂ ਇੰਨੀ ਫੇਥਫੁਲੀ ਨਾਲ ਕਿਉਂ ਮੰਨ ਰਿਹਾ ਸੀ। Did the black boy feel that in his own country he would be a slave to the white man, or that there was a difference between himself and the white boy? ਕਹਿੰਦੇ ਜਿਹੜਾ ਆਥਰ ਹੈ ਉਹਦੇ ਮਾਈਂਡ 'ਚ ਆ ਰਿਹਾ ਸੀ ਕਿ ਜਿਹੜਾ ਬਲੈਕ ਬॉय ਹੈ ਉਹ ਇਹ ਫੀਲ ਕਰਦਾ ਵੀ ਉਹ ਆਪਣੀ ਹੀ ਕੰਟਰੀ ਦੇ ਵਿੱਚ ਜਿਹੜੇ ਵਾਈਟ ਮੈਨ ਹੈ, ਗੋਰੇ ਲੋਕ ਹੈ, ਉਹਨਾਂ ਦਾ ਕੀ ਹੈ, ਸਲੈਵ ਹੈ, ਮਤਲਬ ਗੁਲਾਮ ਹੈ। ਜਾਂ ਫਿਰ ਉਹ ਸੋਚਦਾ ਹੈ ਕਿ ਦੇਅਰ ਵਾਜ਼ ਅ ਡਿਫਰੈਂਸ ਬਿਟਵੀਨ, ਕਿ ਉਹ ਆਪਣੇ ਆਪ ਦੇ ਵਿੱਚ ਤੇ ਵਾਈਟ ਬॉय ਦੇ ਵਿੱਚ ਡਿਫਰੈਂਸ ਸਮਝਦਾ ਕੁਛ। ਡਿਡ ਦਾ ਵਾਈਟ ਮੈਨ ਹੈਵ ਅ ਸਪਿਰਿਟੀ ਕੰਪਲੈਕਸ? ਕਹਿੰਦੇ ਜਿਹੜਾ ਵਾਈਟ ਬॉय ਹੈ ਕਿ ਉਹਦੇ ਵਿੱਚ ਜ਼ਿਆਦਾ ਅੱਛਾ ਕੰਪਲੈਕਸ ਆ। ਬਟ ਥਿੰਕ ਐਜ਼ ਹੀ ਮਾਈਟ, ਦ ਆਥਰ ਕੁਡ ਫਾਈਂਡ ਨੋ ਸੈਟਿਸਫੈਕਟਰੀ ਆਂਸਰ ਟੂ ਦਿਸ ਕੁਐਸਚਨ। ਕਹਿੰਦੇ ਜਿਹੜਾ ਆਥਰ ਹੈ ਉਹ ਸੋਚਦਾ ਰਿਹਾ ਪਰ ਉਹਨੂੰ ਕੋਈ ਵੀ ਸੈਟਿਸਫੈਕਟਰੀ ਆਂਸਰ ਨਹੀਂ ਮਿਲਿਆ ਆਪਣੇ ਕੁਐਸਚਨ ਦਾ। With his own eyes he had seen a little dark boy take orders from a little white boy, his social equal, younger and smaller. ਕਹਿੰਦੇ ਉਹਨੇ ਆਪਣੀ ਅੱਖਾਂ ਨਾਲ ਦੇਖਿਆ ਵੀ ਕਿੱਦਾਂ ਇੱਕ ਛੋਟਾ ਜਿਹਾ ਡਾਰਕ ਬॉय ਆਪਣੇ ਤੋਂ ਜਿਹੜਾ ਇੱਕ ਲਿਟਲ ਹੋਰ ਵਾਈਟ ਬॉय ਸੀ ਉਹਦੀਆਂ ਗੱਲਾਂ ਨੂੰ, ਉਹਦੇ ਆਰਡਰਸ ਨੂੰ ਫੋਲੋ ਕਰ ਰਿਹਾ ਸੀਗਾ। He thought if as a race they were so inferior so as to accept a position of the man's servant। ਕਹਿੰਦੇ ਉਹ ਸੋਚਦਾ ਵੀ ਰੇਸ ਦੇ ਵਿੱਚ ਵੀ ਇਨਫੀਰੀਅਰ ਹੁੰਦਾ, ਭੇਦਭਾਵ ਕਰਨਾ ਵੀ ਮੈਨ ਦੇ ਸਰਵੈਂਟ ਦੀ ਪੋਜੀਸ਼ਨ ਦਾ ਵੀ ਮਤਲਬ ਭੇਦਭਾਵ ਮੰਨਿਆ ਜਾਂਦਾ। ਦੈਟ ਆਫਟਰਨੂਨ ਦ ਆਥਰ ਡਿਡ ਨਾਟ ਸੀ ਦ ਲਿਟਲ ਬॉयਜ਼ ਦੇਅਰ। ਕਹਿੰਦੇ ਅਗਲੇ ਦਿਨ ਜਦੋਂ ਉੱਥੇ ਜਾਂਦਾ ਤਾਂ ਉਹਨਾਂ ਨੂੰ ਉੱਥੇ ਆਫਟਰਨੂਨ ਦੇ ਵਿੱਚ ਨਹੀਂ ਦੇਖਦਾ ਵੀ ਉੱਥੇ ਉਹ ਜਿਹੜੇ ਬੱਚੇ ਨੇ ਉੱਥੇ ਨਹੀਂ ਹੁੰਦੇ। ਹੀ ਕੈਪਟ ਪਜ਼ਲਿੰਗ ਓਵਰ ਦ ਪ੍ਰੋਬਲਮ। ਕਹਿੰਦੇ ਉਹ ਮਤਲਬ ਇਸ ਪ੍ਰੋਬਲਮ ਬਾਰੇ ਬੜਾ ਪਜ਼ਲ ਹੁੰਦਾ। ਨੈਕਸਟ ਮਾਰਨਿੰਗ ਦ ਬॉयਜ਼ ਵਰ ਦੇਅਰ ਅਗੇਨ। ਇਹ ਅਗਲੇ ਸਵੇਰ ਨੂੰ ਫਿਰ ਉਹ ਬॉयਜ਼ ਉੱਥੇ ਹੁੰਦੇ ਨੇ। ਅ ਮੈਨ ਵਾਜ਼ ਸਟੈਂਡਿੰਗ ਐਟ ਦ ਗੇਟ ਵਾਚਿੰਗ ਦੈਮ। ਇੱਕ ਬੰਦਾ ਉਹਨਾਂ ਨੂੰ ਗੇਟ 'ਤੇ ਖੜ੍ਹ ਕੇ ਦੇਖ ਰਿਹਾ ਹੁੰਦਾ। ਦਿਸ ਟਾਈਮ ਹੀ ਵਾਜ਼ ਐਸਟੋਨਿਸ਼ਡ ਟੂ ਸੀ ਦ ਡਾਰਕ ਬॉय ਆਰਡਰਿੰਗ ਫॉर ਅ ਬਨਾਨਾ ਐਂਡ ਦ ਲਿਟਲ ਵਾਈਟ ਬॉय ਓਬੇਇੰਗ। ਕਹਿੰਦੇ ਉਸ ਟਾਈਮ ਉਹ ਦੇਖਦਾ ਵੀ ਜਿਹੜਾ ਲਿਟਲ ਡਾਰਕ ਬॉय ਹੈ ਉਹ ਵਾਈਟ ਬॉय ਨੂੰ ਆਰਡਰ ਕਰ ਰਿਹਾ ਹੈ ਕਿ ਬਨਾਨਾ ਮੈਨੂੰ ਦੇ, ਤੇ ਜਿਹੜਾ ਵਾਈਟ ਬॉय ਹੈ ਉਹਦੀ ਗੱਲ ਮੰਨ ਰਿਹਾ। ਹੀ ਨਾਓ ਅੰਡਰਸਟੂਡ ਇਟ ਵਾਜ਼ ਅ ਰਿਐਲਿਟੀ, ਅ ਗੇਮ। ਕਹਿੰਦੇ ਉਸ ਟਾਈਮ ਸਮਝਦਾ ਵੀ ਇਹ ਰਿਐਲਿਟੀ ਦੇ ਵਿੱਚ ਕੀ ਹੈ, ਇੱਕ ਗੇਮ ਹੈ। ਈਚ ਬॉय ਇਨ ਟਰਨ ਬਿਕੇਮ ਦ ਬੋਸ ਐਂਡ ਦ ਸਲੈਵ ਐਵਰੀ ਅਲਟਰਨੇਟ ਡੇ। ਕਹਿੰਦੇ ਸਮਝ ਜਾਂਦਾ ਵੀ ਹਰ ਇੱਕ ਦਿਨ ਇੱਕ ਬੰਦਾ ਬੋਸ ਬਣਦਾ ਤੇ ਦੂਜਾ ਬੰਦਾ ਸਰਵੈਂਟ ਬਣਦਾ, ਉਹਦਾ ਗੁਲਾਮ ਬਣਦਾ, ਤੇ ਅਲਟਰਨੇਟ ਡੇ ਉਹ ਚੀਜ਼ ਨੂੰ ਚੇਂਜ ਕਰਦੇ ਰਹਿੰਦੇ ਨੇ। ਦ ਆਥਰ ਟੂ ਹੈਡ ਪਲੇਡ ਅ ਸਿਮਿਲਰ ਗੇਮ ਐਜ਼ ਅ ਚਾਈਲਡ। ਕਹਿੰਦੇ ਆਥਰ ਨੇ ਵੀ ਇਹ ਗੇਮ, ਸਿਮਿਲਰ ਗੇਮ ਜਦੋਂ ਇੱਕ ਬੱਚਾ ਸੀ ਉਸ ਟਾਈਮ ਖੇਲੀ ਸੀ। ਹੀ ਥਾਟ ਦੈਟ ਦ ਵਾਈਟ ਮੈਨ ਐਟ ਦ ਗੇਟ ਵਾਜ਼ also wondering if the black race was superior to the white. He laughed gently to think how silly grown-ups they are, what motives they impute to childish actions, and how suspicious and prejudiced they are. ਕਹਿੰਦੇ ਉਸ ਟਾਈਮ ਆਥਰ ਸੋਚਦਾ, ਹੱਸਦਾ ਕਿ ਮੈਂ ਮਤਲਬ ਕੀ ਕੁਝ ਸੋਚ ਰਿਹਾ ਸੀ ਵੀ ਇਹਦਾ ਨੌਕਰ ਹੈ ਜਾਂ ਇਹ ਆਪਣੇ ਵਿੱਚ ਮਤਲਬ ਭੇਦਭਾਵ ਸਮਝਦੇ ਹੈ ਵੀ ਇਹ ਤਾਂ ਕਿੰਨੀ ਮਤਲਬ ਅੱਛੀ ਗੱਲ ਸੀ। He went across to the white man and told him how he anticipated his thoughts and what his own thoughts had been the day before. ਤਾਂ ਉਸ ਤੋਂ ਬਾਅਦ ਉੱਥੇ ਜਾਂਦਾ ਤੇ ਵਾਈਟ ਬॉय ਨੂੰ ਦੱਸਦਾ ਕਿ ਹਾਂ ਮੈਂ ਤੁਹਾਡੇ ਬਾਰੇ ਇੱਕ ਦਿਨ ਪਹਿਲਾਂ ਇਹ ਚੀਜ਼ ਸੋਚ ਰਿਹਾ ਸੀ। But the man smiled and said that he knew all about the game. ਜਿਹੜਾ ਉੱਥੇ ਮੈਨ ਹੁੰਦਾ ਉਹਨੂੰ ਉਹ ਕਹਿੰਦਾ ਵੀ ਹਾਂ ਮੈਂ ਇਹ ਸਾਰੀ ਗੇਮ ਨੂੰ ਸ਼ੁਰੂ ਤੋਂ ਹੀ ਮੈਂ ਇਹਦੇ ਬਾਰੇ ਜਾਣਦਾ। The boys were brothers, his sons. ਤਾਂ ਜਿਹੜੇ boys ਸੀ brothers ਸੀਗੇ। He pointed to a handsome brown woman on the veranda. She was his wife. ਕਹਿੰਦੇ ਉੱਥੇ ਇੱਕ ਮੈਨ ਹੁੰਦਾ, ਉਹ ਦੱਸਦਾ ਵੀ ਇਹ ਦੋਨੇ ਮੇਰੇ ਮੁੰਡੇ ਨੇ ਤੇ ਉਹ ਵਰਾਂਡਾ ਦੇ ਵਿੱਚ ਇੱਕ ਵੂਮਨ ਖੜੀ ਹੁੰਦੀ ਆ, ਉਹ ਮੇਰੀ ਵਾਈਫ ਆ। The writer smiled and the white man smiled back at him. ਰਾਈਟਰ ਉਹਦੇ ਕੰਨੀ ਸਮਾਈਲ ਦੇਖ ਕੇ ਸਮਾਈਲ ਕਰਦਾ ਤੇ ਜਿਹੜਾ ਵਾਈਟ ਮੈਨ ਸੀ ਉਹ ਵੀ ਸਮਾਈਲ ਕਰਦਾ। ਦੈਨ ਦੇ ਵਾਕਡ ਕੁਇਕਲੀ ਟੂ ਦਾ ਟ੍ਰੇਨ। ਉਹ ਦੋਨੇ ਟ੍ਰੇਨ ਕੰਨੀ ਚਲੇ ਜਾਂਦੇ ਨੇ। ਐਕਚੁਅਲੀ ਸਟੋਰੀ ਦੇ ਵਿੱਚ ਕੀ ਹੈ ਕਿ ਜਿਹੜੇ ਵਾਈਟ ਇੱਕ ਮੈਨ ਸੀਗਾ ਉਹ ਆਪਣੇ ਬੱਚਿਆਂ ਨੂੰ ਇਹ ਚੀਜ਼ ਸਿਖਾ ਰਿਹਾ ਸੀਗਾ ਕਿ ਕਿੱਦਾਂ ਆਪਾਂ ਨੂੰ ਮਤਲਬ ਸਾਰਿਆਂ ਨੂੰ ਇਕੁਅਲ ਸਮਝਣਾ ਚਾਹੀਦਾ। ਦੇਅਰ ਇਜ਼ ਨੋ ਡਿਫਰੈਂਸ ਬਿਟਵੀਨ ਵਾਈਟ ਮੈਨ ਐਂਡ ਬਲੈਕ ਮੈਨ। ਉਹ ਆਪਣੇ ਬੱਚਿਆਂ ਨੂੰ ਡੇਲੀ ਕੀ ਕਰਵਾਉਂਦਾ ਸੀਗਾ ਵੀ ਇੱਕ ਬੱਚਾ
ਜਿਹੜਾ ਹੈ ਉਹ ਮਾਲਕ ਬਣੂਗਾ ਤੇ ਇੱਕ ਸਰਵੈਂਟ ਬਣੂਗਾ। ਤੁਸੀਂ ਇੱਕ ਦੂਜੇ ਦੀ ਜਿਹੜੇ ਰੂਲ ਉਹ ਆਰਡਰਸ ਨੇ ਉਹਨਾਂ ਨੂੰ ਪਾਲਣਾ ਕਰੋਗੇ ਤੇ ਤੁਹਾਨੂੰ ਪਤਾ ਲੱਗੂਗਾ। ਤੇ ਉਹਨਾਂ ਦਾ ਫਾਦਰ ਦੂਰ ਬੈਠ ਕੇ, ਬੱਚੇ ਇੱਦਾਂ ਹੀ ਪਲੇ ਕਰਦੇ ਸੀ, ਉਹਨਾਂ ਦਾ ਫਾਦਰ ਦੂਰ ਬੈਠ ਕੇ ਰੋਜ਼ ਦੇਖਦਾ ਸੀ ਵੀ ਬੱਚੇ ਆ ਜਿਹੜੇ ਸਹੀ ਪਲੇ ਕਰ ਰਹੇ ਨੇ ਜਾਂ ਨਾ। ਤੇ ਇਸ ਤਰ੍ਹਾਂ ਜਿਹੜਾ ਆਥਰ ਹੈ ਉਹ ਇਸ ਦੇ ਵਿੱਚ ਇਹ ਮੈਸੇਜ ਦੇਣਾ ਚਾਹੁੰਦਾ ਸਾਨੂੰ ਕਿ ਭਾਵੇਂ ਕੋਈ ਵਾਈਟ ਮੈਨ ਹੈ, ਭਾਵੇਂ ਬਲੈਕ ਮੈਨ ਹੈ, ਕੋਈ ਵੀ ਪਰਸਨ ਹੈ, ਸਾਰੇ ਕੀ ਨੇ ਇਕੁਅਲ ਹੈ। ਭਾਵੇਂ ਕੋਈ ਰਿਚ ਹੈ ਭਾਵੇਂ ਕੋਈ ਪੂਅਰ ਆ, ਕਿਸੇ ਦੇ ਵਿੱਚ ਵੀ ਕੋਈ ਡਿਫਰੈਂਸ ਨਹੀਂ ਹੁੰਦਾ। ਆਲ ਮੈਨ ਆਰ ਜਸਟ same. So this is the story of Jamaican fragment. Hope you all understand it.